ਹੈਗਾ। ਇਸ ਨੂੰ ਲੈ ਕੇ ਸਾਡੇ ਨਾਲ ਡਾਕਟਰ ਅਸ਼ੋਕ ਨਾਇਰ ਸਾਹਿਬ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਮੌਜੂਦ ਹੈਗੇ ਨੇ, ਡਾਕਟਰ ਕਮਲਜੀਤ ਸੋਈ ਸਾਹਿਬ ਹੈਗੇ ਨੇ, ਜਸਵੰਤ ਸਿੰਘ ਬਰਾੜ ਸਾਹਿਬ ਹੈਗੇ ਨੇ ਤੇ ਡਾਕਟਰ ਬਾਲੀ ਸਾਡੇ ਨਾਲ ਹੈਗੇ ਨੇ। ਸ਼ੁਰੂਆਤ ਮੈਂ ਇਸ ਵਕਤ ਇੱਕ ਵਾਰ ਫਿਰ ਸੋਈ ਸਾਹਿਬ ਮੈਂ ਤੁਹਾਡੇ ਤੋਂ ਸ਼ੁਰੂਆਤ ਕਰ ਲੈਣਾ ਹੈਗਾ। ਇਸ ਹਾਲਾਤ ਦੇ ਵਿੱਚ ਗਿਵਨ ਦ ਫੈਕਟ ਵੀ ਐਨੀ ਐਫਰਟਸ ਹੈ ਜੋ ਕਿ ਐਪਰੀਸ਼ੀਏਬਲ ਹੈਗੀ ਹੈ, ਇੱਕ ਸਟੈਪ ਫਾਰਵਰਡ ਹੈ, ਬੜਾ ਲੰਬਾ ਸਮਾਂ ਲੱਗਾ ਹੈ ਸਾਨੂੰ ਇਹ ਸਮਝਣ ਦੇ ਵਿੱਚ, ਅਜੇ ਤੱਕ ਇੱਕ ਸੋਚ ਵੀ ਨਹੀਂ ਬਣ ਪਾਈ ਹੈਗੀ ਵੀ ਰੋਡ ਐਕਸੀਡੈਂਟਸ ਜਾਂ ਸੜਕਾਂ ਦੇ ਉੱਤੇ ਹੋ ਰਹੇ ਹਾਦਸਿਆਂ ਦੇ ਵਿੱਚ ਜਿਹੜਾ ਹੋ ਰਿਹਾ ਨੁਕਸਾਨ ਹੈ ਉਹ ਕਿੰਨਾ ਜ਼ਿਆਦਾ ਹੈਗਾ। ਉਸ ਹਾਲਾਤ ਦੇ ਵਿੱਚ ਇਹੋ ਜਿਹੇ ਸਟੈਪ ਫਾਰਵਰਡ ਮੇਬੀ ਬਹੁਤ ਚੰਗੇ ਪਾਸੇ ਲਿਜਾ ਰਹੇ ਹੈਗੇ ਨੇ। ਸੋ ਮੋਰ ਇਨਪੁਟਸ ਆਰ ਰਿਕੁਆਇਰਡ, ਜਿਵੇਂ ਬਰਾੜ ਸਾਹਿਬ ਵਰਗੇ ਲੋਕ ਹੈਗੇ ਨੇ ਜੋ ਕਿ ਬਾਹਰੋਂ ਆ ਕੇ ਇਸ ਕਿਸਮ ਦੀ ਟ੍ਰੇਨਿੰਗ ਦਿਵਾਉਣ ਦੇ ਵਿੱਚ ਦੇ ਆਰ ਬੀਇੰਗ ਹੈਲਪਫੁਲ, तो ज़्यादा तो ज़्यादा एक्सपर्टीज़ ਨੂੰ ਵੀ ਇੰਪੋਰਟ ਕਰਨ ਦੀ ਗੁੰਜਾਇਸ਼ ਬਚਦੀ ਹੈ ਵਿਦੇਸ਼ਾਂ ਚੋਂ। ਔਰ ਯੂ ਫੀਲ ਕਿ ਜਿਵੇਂ ਉਹ ਕਹਿ ਰਹੇ ਸੀ ਸਟੈਂਡਰਡਸ ਨਹੀਂ ਹੈਗੇ ਨੇ, ਯੂਨੀਫਾਰਮ ਸਟੈਂਡਰਡ ਸੈੱਟ ਨਹੀਂ ਹੈਗੇ ਨੇ, ਯੂ ਡਿਫਰ ਵਿਦ ਦੈਟ ਕੰਟੈਂਸ਼ਨ? ਨਹੀਂ, ਮੈਂ ਡਿਫਰ ਨਹੀਂ ਕਰਦਾ। ਇਹਨਾਂ ਨੇ ਜੋ ਕਿਹਾ ਹੈਗਾ ਬਿਲਕੁਲ ਸਹੀ ਹੈ ਕਿ ਸਾਡੇ ਸੈੱਟ ਸਟੈਂਡਰਡਸ ਨਹੀਂ ਹੈ, लेकिन कई स्टेट्स ने इनिशिएटिव लिया है, जिस तरह महाराष्ट्र ने, एंड स्पेसिफिकली मैं गुजरात मेंशन करना चाहांगा जिथे गुजरात गवर्नमेंट ने एक एमरजेंसी मैडिकल सर्विसेज अथॉरिटी का गठन किया है। तो देखो कि एमरजेंसी मैडिकल सर्विसेज कितनी जरूरी ने कि उन्होंने एक सैपरेट अथॉरिटी बनाती है कि जिहदे अंडर आ एमरजेंसी मैडिकल सर्विसेज आंदियां ने, क्योंकि जिद्दां मैं पहलां कहा सीगा कि गोल्डन आवर and 10 platinum minutes are very very important। ਜੇ ਸਾਡੇ ਕੋਲ ਟ੍ਰੇਨਡ ਮੈਨ ਪਾਵਰ ਨਹੀਂ ਹੈਗੀ, ਜੇ ਸਾਡੇ ਕੋਲ ਪੈਰਾਮੈਡਿਕਸ ਨਹੀਂ ਹੈ, ਜਿੱਦਾਂ ਡਾਕਟਰ ਬਾਲੀ ਨੇ ਕਿਹਾ ਹੈਗਾ ਕਿ ਜੇ ਪੈਰਾਮੈਡਿਕ ਇੱਕ ਬੰਦੇ ਦੀ ਜਾਨ ਉਸੇ ਵੇਲੇ ਬਚਾ ਸਕਦਾ ਹੈ ਜਿੱਦਾਂ ਪਲੈਟੀਨਮ ਮਿੰਟਸ ਦੇ ਵਿੱਚ, ਜੇ 240 ਐਂਬੂਲੈਂਸਿਸ ਆ ਜਾਂਦੀਆਂ ਹੈਗੀਆਂ ਤੇ ਸਾਡਾ ਜਿਹੜਾ ਜੀਓਗ੍ਰਾਫੀਕਲ ਏਰੀਆ ਹੈ ਉਹ 380 ਕਿਲੋਮੀਟਰ ਦਾ ਏਰੀਆ ਹੈਗਾ ਸਾਡਾ, ਤੇ ਸਾਡੀ ਤੇ ਰਿਸਪੌਂਸ ਟਾਈਮ ਉਸ ਟਾਈਮ ਬੜਾ ਵੱਧ ਜਾਣਾ ਹੈਗਾ। ਸਾਡਾ ਤੇ ਰਿਸਪੌਂਸ ਟਾਈਮ ਜੋ ਮੈਨੂੰ ਲੱਗਦਾ ਹੈ ਜੇ 240 ਐਂਬੂਲੈਂਸਿਸ ਪਰ ਪਲੱਸ ਜਿਹੜੀ ਐਂਬੂਲੈਂਸ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ ਉਹਦਾ ਸਾਡਾ ਰਿਸਪੌਂਸ ਟਾਈਮ ਵਿਲ ਬੀ ਲੈਸ ਦੈਨ 7 ਮਿੰਟਸ। ਜੇ 7 ਮਿੰਟ ਸਾਡਾ ਰਿਸਪੌਂਸ ਟਾਈਮ ਹੈਗਾ ਆਲ ਓਵਰ ਪੰਜਾਬ ਵਿਦ ਥੀਸ 240 ਆਲ ਓਵਰ ਪੰਜਾਬ, ਇਵਨ 7 ਮਿੰਟ ਮੈਂ ਜ਼ਿਆਦਾ ਕਹਿ ਰਿਹਾ, 5 ਮਿੰਟ ਹੀ ਹੋ ਜਾਣਾ। ਤੇ ਪਲੈਟੀਨਮ ਮਿੰਟ ਜੋ ਵਿਕਟਮ ਕੋਲ ਜਾਂ ਐਮਰਜੈਂਸੀ ਜਿਹੜਾ ਪੇਸ਼ੈਂਟ ਹੈ ਉਹਦੇ ਕੋਲ ਪਹੁੰਚ ਸਕਦੇ ਆ, ਦੈਨ ਵੀ ਕੈਨ ਸੇਵ ਦੀ ਲਾਈਫ ਆਫ ਅ ਹਿਊਮਨ ਬੀਇੰਗ। ਜੇ ਲਾਈਫ ਦੇਖੋ ਸਭ ਤੋਂ ਜ਼ਿਆਦਾ ਤੇ ਜ਼ਰੂਰੀ ਹੈ ਇਸ ਵਕਤ ਬੰਦੇ ਦੀ ਲਾਈਫ ਹੈ, ਚਾਹੇ ਉਹ ਰੋਡ ਐਕਸੀਡੈਂਟ 'ਚ ਹੋਵੇ, ਚਾਹੇ ਉਹ ਹਾਰਟ ਅਟੈਕ 'ਚ ਹੋਵੇ, ਚਾਹੇ ਉਹ ਐਸਥਮੈਟਿਕ ਅਟੈਕ 'ਚ ਹੋਵੇ, ਚਾਹੇ ਕਿਸੇ ਵੀ ਐਮਰਜੈਂਸੀ 'ਚ ਹੋਵੇ। ਇਸ ਵਕਤ ਕਿਉਂਕਿ ਰੋਡ ਸੇਫਟੀ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ 90% ਫਰਟੀਲਿਟੀ ਰੇਟ ਨਾਲ ਗੱਲ ਕਰ ਰਹੇ ਹਾਂ ਕਿ ਜਿਹੜੀ ਸਾਡੇ 'ਚੋਂ ਹਿੰਦੁਸਤਾਨ 'ਚ ਦੂਸਰੇ ਨੰਬਰ ਤੇ ਹੈ। ਜੇ ਸਾਡੀ ਰਿਸਪੌਂਸ ਟਾਈਮ ਘੱਟ ਕੇ 5 ਮਿੰਟ ਰਹਿ ਜਾਂਦਾ, 7 ਮਿੰਟ ਰਹਿ ਜਾਂਦਾ, ਤੇ ਮੈਨੂੰ ਲੱਗਦਾ ਕਿ ਸਾਡੀ ਫਰਟੀਲਿਟੀ ਰੇਟ ਜਿਹੜੀ ਹੈ ਆ ਘੱਟ ਕੇ 30-40% ਤੇ ਆ ਜਾਊਗੀ। ਡਾਕਟਰ ਸਾਹਿਬ ਇਹਨਾਂ ਨੇ ਗੱਲ ਕੀਤੀ ਅਥਾਰਟੀ, ਇੰਸਟੀਟਿਊਸ਼ਨਲ ਜਿਹੜਾ ਬੈਕਅਪ ਹੈਗਾ ਹਲੇ ਤੱਕ ਤਾਂ ਸ਼ਾਇਦ ਕੁਝ ਸਮਾਂ ਪਹਿਲਾਂ ਟਿਲ ਅ ਫਿਊ ਇਅਰਸ ਬੈਕ ਅਸੀਂ ਇਸ ਚੀਜ਼ ਦੀ ਵੀ ਲੋੜ ਜਾਂ ਜ਼ਰੂਰਤ ਨਹੀਂ ਸੀ ਮਹਿਸੂਸ ਕੀਤੀ ਵੀ ਰੋਡ ਐਕਸੀਡੈਂਟਸ ਕਿਹੜੇ ਡਿਪਾਰਟਮੈਂਟ ਦਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਜ਼ਿਆਦਾ ਪੁਖਤਾ ਮੰਗਦਾ ਹੈਗਾ ਜਾਂ ਉਹਦੇ ਵਿੱਚ ਜਿਹੜੀ ਬੈਟਰ ਪਲੈਨਿੰਗ ਹੋ ਸਕਦੀ ਹੈ, ਉਹਦੇ ਵਿੱਚ ਹੈਲਥ ਡਿਪਾਰਟਮੈਂਟ ਬੜਾ ਮਹੱਤਵਪੂਰਨ ਹੈ। ਸੋ ਗਿਵਨ ਦਾ ਫੈਕਟ ਵੀ ਇਸ ਕਿਸਮ ਦੀ ਇੰਸਟੀਟਿਊਸ਼ਨਲਾਈਜੇਸ਼ਨ ਤੁਸੀਂ ਸਮਝਦੇ ਵੀ ਇਜ਼ ਅ ਲੌਂਗ ਸਟੈਪ ਫਾਰਵਰਡ, ਇਜ਼ ਅ ਬਿਗ ਸਟੈਪ ਫਾਰਵਰਡ। ਹਜੇ ਡਿਪਾਰਟਮੈਂਟ ਆਫ ਹੈਲਥ ਜਾਂ ਫੈਮਿਲੀ ਵੈਲਫੇਅਰ ਜਿਸ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਉਹਦੇ ਕੋਲ ਹੋਰ ਬਹੁਤ ਸੇ ਪ੍ਰਾਇੋਰਟੀ ਫੋਕਸ ਏਰੀਆਜ਼ ਹੈਗੇ ਨੇ, ਉਹਦੇ ਵਿੱਚ ਹੈਲਥ ਕੇਅਰ ਐਟ ਲਾਰਜ ਹੈਗੀ ਹੈ, ਲੇਕਿਨ ਰੋਡ ਸੇਫਟੀ ਨਾਲ ਜੁੜੀ ਹੋਈ ਜਿਹੜੀ ਰਿਕੁਆਇਰਮੈਂਟਸ ਹੈ ਉਹਨੂੰ ਫੋਕਸ ਕਰਨ ਲਈ ਡੂ ਯੂ ਫੀਲ ਕਿ ਤੁਹਾਡਾ ਡਿਪਾਰਟਮੈਂਟ ਇਕਵਿਪਡ, ਐਮਪਾਵਰਡ ਤੇ ਉਹਦਾ ਵਿਜ਼ਨ ਰੱਖਦਾ ਹੈਗਾ? ਡੈਫੀਨੇਟਲੀ ਡਿਪਾਰਟਮੈਂਟ ਇਸ ਕ੍ਰਿਟੀਕਲ ਇਸ਼ੂ ਵਾਸਤੇ ਸੈਂਸਿਟਿਵ ਹੈ। ਅਸੀਂ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ NGOs ਨੂੰ ਵੀ ਇਨਵੋਲਵ ਕਰ ਰਹੇ ਹਾਂ, ਟ੍ਰੈਫਿਕ ਪਰਸਨਲ ਆਲਸੋ ਬੀਇੰਗ ਇਨਵੋਲਵਡ, ਜਿਹੜੇ ਪੁਲਿਸ ਦੇ ਪੈਟਰੋਲ ਵੈਨਸ ਹੈ ਉਹਨਾਂ ਨੂੰ ਵੀ ਨਾਲ ਇਨਵੋਲਵ ਕਰ ਰਹੇ ਹਾਂ। ਇਟਸ ਅ ਕੰਬਾਈਨਡ ਐਫਰਟ ਤਾਂ ਕਿ ਮੇਨ ਪਰਪਸ ਇਹੋ ਹੀ ਹੈ ਕਿ ਜਿਹੜੀਆਂ ਪ੍ਰੈਸ਼ੀਅਸ ਲਾਈਵਸ ਐਕਸੀਡੈਂਟ ਕਰਕੇ ਲੇਟ ਟਰਾਂਸਪੋਰਟੇਸ਼ਨ ਜਾਂ ਸਹੀ ਤਰੀਕੇ ਨਾਲ ਟਰਾਂਸਪੋਰਟ ਨਾ ਕਰਕੇ ਲੂਜ਼ ਕਰਨੇ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟ੍ਰੇਨ ਮੈਨ ਪਾਵਰ ਦੀ ਜਿਹੜੀ ਜ਼ਿਕਰ ਬਾਰ-ਬਾਰ ਹੋ ਰਿਹਾ ਉਹ ਕਿੱਥੋਂ ਆ ਰਿਹਾ ਤੁਹਾਡੇ ਕੋਲ? ਵੇਅਰ ਆਰ ਯੂ ਗੈਟਿੰਗ ਦ ਪੀਪਲ ਫਰਮ? ਪੈਰਾਮੈਡੀਕਲ ਹੈਲਪ ਜਾਂ ਜਿਹੜਾ ਬਰਾੜ ਸਾਹਿਬ ਨੇ ਕੋਰਸ ਦੱਸਿਆ ਚੰਡੀਗੜ੍ਹ ਵਿੱਚ ਮੈਡੀਕਲ ਕਾਲਜ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ 32 ਸੈਕਟਰ ਉਹ ਵੀ 1 ਸਾਲ ਦਾ ਕੋਰਸ ਉਹਨਾਂ ਨੇ ਵੀ ਸ਼ੁਰੂ ਕੀਤਾ ਹੋਇਆ ਅੰਡਰ ਸੁਪਰਵੀਜ਼ਨ ਆਫ ਡਾਕਟਰ ਰਾਜ ਬਹਾਦੁਰ। ਤੇ ਜਿਹੜੀ ਇਹ ਓਨਲੀ ਫॉर ਰੇਡ ਸੇਫਟੀ ਹੈ। ਅਸੀਂ ਜਿਹੜੇ ਮੈਨ ਪਾਵਰ ਰਿਕਰੂਟ ਕਰ ਰਹੇ ਹਾਂ ਦੇ ਵਿਲ ਬੀ ਕਵਰਿੰਗ ਆਲ ਦੀ ਪ੍ਰੋਬਲਮਸ ਇੰਕਲੂਡਿੰਗ ਰੋਡ ਸੇਫਟੀ, ਜਿਹੜੇ ਰੋਡ ਐਕਸੀਡੈਂਟ ਦੇ ਨਾਲ ਬਾਕੀ ਬਿਮਾਰੀਆਂ ਵਾਸਤੇ ਵੀ, ਐਮਰਜੈਂਸੀਜ਼ ਵਾਸਤੇ ਵੀ ਉਹ, ਕਿਉਂਕਿ ਸਾਡੇ ਜਿਹੜੇ ਬੰਦੇ ਸਟਾਫ ਨਰਸਿਸ ਹੈਗੇ ਕੁਆਲੀਫਾਈਡ ਜਾਂ ਫਾਰਮਾਸਿਸਟ ਕੁਆਲੀਫਾਈਡ ਹੈ ਜਿਨ੍ਹਾਂ ਨੂੰ ਸਪੈਸ਼ਲੀ ਅਸੀਂ ਟ੍ਰੇਨ ਕਰਕੇ ਰਿਕਰੂਟ ਕਰ ਰਹੇ ਹਾਂ
they will be covering all the diseases. ਪਰ ਲਖੀ ਜੀ ਸਿਰਫ ਆ ਨਹੀਂ ਹੈ, ਸਾਨੂੰ ਜਿਹੜੇ ਹਸਪੀਟਲ ਐਂਬੂਲੈਂਸਸ ਨਾਲ ਅਟੈਚ ਹੋਣੇ ਨੇ ਉਹਨਾਂ ਉਹਨਾਂ ਨੂੰ ਵਿੱਚ ਵੀ ਮੈਨ ਪਾਵਰ ਦੀ ਬੜੀ ਜ਼ਰੂਰਤ ਪੈਣੀ ਹੈ। ਉਹਨਾਂ ਵੀ ਸਾਨੂੰ ਦੇਖਣਾ ਚਾਹੀਦਾ ਕਿ ਉਹਨਾਂ ਦੀ ਮੈਨ ਪਾਵਰ ਵੀ ਅਸੀਂ ਇਹਨਾਂ ਦੀ, ਜਿੱਦਾਂ ਬਰਾੜ ਸਾਹਿਬ ਨੇ ਜਾਂ ਹੋਰ ਏਜੰਸੀਜ਼ ਨੇ, CMC ਲੁਧਿਆਣਾ ਹੈਗਾ, ਦੇ ਆਰ ਰੈਡੀ ਟੂ ਆਫਰ ਅ ਕੋਰਸ ਔਨ ਟਰਾਮਾ ਕੇਅਰ। ਉਹਨਾਂ ਕੋਲ ਬੜੇ ਬੜੇ ਅੱਛੇ ਡਾਕਟਰਸ ਨੇ ਜਿਹੜੇ ਐਲਫਰਡ ਆਸਟ੍ਰੇਲੀਆ ਤੋਂ ਕਰਕੇ ਆਏ ਹੋਏ ਨੇ ਕੋਰਸ, ਦੇ ਕੈਨ ਡਿਜ਼ਾਈਨ ਅ ਕੋਰਸ। ਉਹਨਾਂ ਤੋਂ ਅਸੀਂ ਹੈਲਪ ਲੈ ਕੇ ਤੇ ਜਿਹੜੇ ਜਿੰਨੇ ਵੀ ਹਸਪੀਟਲਸ ਨੇ ਜਾਂ ਟਰਾਮਾ ਕੇਅਰ ਸੈਂਟਰ ਐਂਬੂਲੈਂਸਸ ਨਾਲ ਅਟੈਚ ਹੋਣੇ ਨੇ, ਜੋ ਨਹੀਂ ਉਹਨਾਂ ਤੋਂ ਸਟਾਫ ਦੇਵਾਂਗੇ ਤੇ ਉਹ ਬੰਦਾ ਉੱਥੇ ਪੇਸ਼ੈਂਟ ਨੂੰ ਤੇ ਤੁਸੀਂ ਸ਼ਿਫਟ ਕਰਤਾ, ਇਵੈਕੂਏਟ ਕਰਤਾ, ਜੇ ਡਾਕਟਰ ਬਾਲੀ ਨੇ ਕਿਹਾ ਉੱਥੇ ਜਾ ਕੇ ਜੋ ਟਰਸ਼ਰੀ ਟ੍ਰੀਟਮੈਂਟ ਹੀ ਨਹੀਂ ਉਹਦੀ ਹੋਣੀ ਤੇ ਪੇਸ਼ੈਂਟ ਨੇ ਉਹਦੇ ਆਪਰੇਸ਼ਨ ਟੇਬਲ ਤੇ ਹੀ ਮਰ ਜਾਣਾ ਹੈਗਾ। ਤੇ ਉਹਨਾਂ ਨੂੰ ਵੀ ਟ੍ਰੀਟਮੈਂਟ ਜਿਹੜੀ ਹੈ ਬੜੀ ਜ਼ਰੂਰੀ ਹੈਗੀ ਉਹਨਾਂ ਸਟਾਫ ਦੀ। ਬਰਾੜ ਸਾਹਿਬ, ਇਸ ਪੂਰੀ ਟ੍ਰੇਨਿੰਗ ਦੀ ਤੁਸੀਂ ਗੱਲ ਕੀਤੀ ਹੈ, ਇਹਨੂੰ ਆਪਣੀ ਮੈਡੀਕਲ ਐਜੂਕੇਸ਼ਨ ਦੇ ਨਾਲ ਲਿੰਕ ਅਪ ਕਰਨ ਦੇ ਬਾਰੇ ਆਈਲ ਕਮ ਟੂ ਡਾਕਟਰ ਨਾਇਰ ਆਲਸੋ, ਲੇਕਿਨ ਡੂ ਯੂ ਫੀਲ ਕਿ ਮੈਡੀਕਲ ਐਜੂਕੇਸ਼ਨ ਦੇ ਨਾਲ ਇਹਨੂੰ ਲਿੰਕ ਅਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੈਨ ਵੀ ਆਰ ਟ੍ਰੇਨਿੰਗ ਆ ਡਾਕਟਰਸ? ਅਸੀਂ ਨਰਸਿੰਗ ਦੇ ਕੋਰਸਿਸ ਹੈਗੇ ਨੇ, ਬਿਕੋਜ਼ ਅਲਟੀਮੇਟਲੀ ਉਹ ਪ੍ਰੋਫੈਸ਼ਨਲ ਨੇ ਜੋ ਕਿ ਜੇ ਸਪੌਟ ਤੇ ਨਹੀਂ ਤਾਂ ਐਟਲੀਸਟ ਹਸਪੀਟਲਸ ਦੇ ਵਿੱਚ ਪੇਸ਼ੈਂਟਸ ਜਾਂ ਵਿਕਟਮਸ ਨੂੰ ਹੈਂਡਲ ਕਰਦੇ ਨੇ, ਸੋ ਉਹ ਵੀ ਇੱਕ ਲੌਂਗ ਟਰਮ ਸਾਈਟ ਹੋਣੀ ਚਾਹੀਦੀ ਹੈ। ਡੈਫੀਨਿਟਲੀ ਇਹ ਤੁਹਾਡਾ ਇੰਪੋਰਟੈਂਟ ਬੜਾ ਪੁਆਇੰਟ ਹੈ। ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਸੁਜੈਸਟ ਕੀਤਾ ਹੈ ਵੀ ਪੈਰਾਮੈਡੀਕਲ ਸਟੈਂਡਰਡਸ ਹੋਣੇ ਚਾਹੀਦੇ ਹੈ, ਪੈਰਾਮੈਡੀਕਲ ਐਸੋਸੀਏਸ਼ਨ ਹੋਣੀ ਚਾਹੀਦੀ ਹੈ, ਉਹ ਆਪਣੇ ਕੋਰਸ ਨੂੰ ਪ੍ਰਸਕ੍ਰਾਈਬ ਕਰੇ, ਕੋਰਸ ਨੂੰ ਡਿਵੈਲਪ ਕਰੇ, ਉਹ ਕੋਰਸ ਫਿਰ ਜਿਹੜੇ ਹੈਗਾ ਯੂਨੀਵਰਸਲ ਲੈਵਲ ਤੇ ਕੰਟਰੀ ਲੈਵਲ ਤੇ ਜਿਹੜਾ ਹੈਗਾ ਪ੍ਰੋਵਾਈਡ ਕੀਤੇ ਜਾਣ ਤਾਂ ਕੋਈ ਕੰਟਰੋਲ ਹੋ ਸਕੇ ਜਿਹੜਾ ਹੈਗਾ। ਬਾਲੀ ਸਾਹਿਬ, ਤੁਸੀਂ ਇਹਨੇ ਹਸਪੀਟਲ ਮੈਂ ਤੁਹਾਡੇ ਤੋਂ ਪਿਛਲੇ ਵਾਲੀ ਕੁਐਸਚਨ ਪੁੱਛਣਾ ਚਾਹ ਰਿਹਾ ਸੀਗਾ, ਸਾਡੇ ਜਿਹੜੇ ਨਰਸਿਸ ਜਾਂ ਉਹ ਲੋਕ ਜੋ ਕਿ ਕੰਮ ਕਰਦੇ ਹੈਗੇ ਨੇ, ਅਟੈਂਡੈਂਟਸ ਹੈਗੇ ਨੇ, ਨਰਸਿਸ ਹੈਗੇ ਨੇ, ਆਰ ਪੈਰਾਮੈਡਿਕਸ ਦੀ ਮੈਡੀਕਲ ਪੋਸਟ ਟਰਾਮਾ ਕੇਅਰ ਦੀ ਉਹਨਾਂ ਦੀ ਜਾਣਕਾਰੀ, ਉਹਨਾਂ ਦੀ ਅਪਡੇਸ਼ਨ, ਇਹ ਚੀਜ਼ਾਂ ਜ਼ਿਆਦਾ ਸੀਰੀਅਸਲੀ ਫੋਲੋ ਕਰਨ ਦੀ ਬਹੁਤ ਜ਼ਰੂਰਤ ਹੈ। ਐਬਸੋਲੂਟਲੀ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ, ਮਾਈਂਡਸੈਟ ਦੀ ਜ਼ਰੂਰਤ ਹੈ, ਬਟ ਇਹਨੂੰ ਹਲੇ ਤੱਕ ਮੈਡੀਕਲ ਐਜੂਕੇਸ਼ਨ ਨਾਲ ਲਿੰਕ ਨਾ ਕਰਕੇ ਦੇਖਣਾ ਜਾਂ ਨਰਸਿੰਗ ਦੇ ਦੌਰਾਨ ਇਹ ਚੀਜ਼ਾਂ ਕਿਉਂ? ਤੁਹਾਡੀ ਪਰਮਿਸ਼ਨ ਹੋਵੇ ਤੁਹਾਨੂੰ ਦੱਸਾਂਗੇ ਜਿਹਦਾ ਕਰਕੇ ਬੜਾ ਮੇਜਰ ਚੇਂਜ ਆਣੀ ਚਾਹੀਦੀ। ਇੱਕ ਤੇ ਹੈ ਕਿ ਸਾਨੂੰ ਮਾਈਂਡਸੈਟ ਕਰ ਚੇਂਜ ਕਰਨ ਦੀ ਜ਼ਰੂਰਤ ਹੈ ਐਂਡ ਪੁਲਿਸ ਇਜ਼ ਅ ਵੈਰੀ ਇੰਪੋਰਟੈਂਟ ਕੰਪੋਨੈਂਟ ਇਨ ਦੈਟ। ਅੱਜ ਦੇ ਦਿਨ 'ਚ ਅਗਰ ਕਿਤੇ ਐਕਸੀਡੈਂਟ ਹੁੰਦਾ ਹੈ ਤੇ ਲੋਕ ਕਿਸੇ ਨੂੰ ਇਨਫੋਰਮ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਕਿ ਮੈਂ ਜਾਊਂਗਾ ਪਹਿਲੇ ਮੈਨੂੰ ਪੁੱਛਣਗੇ ਕਿ ਤੂੰ ਕੀ ਕਰ ਰਿਹਾ ਸੀਗਾ। ਸੋ ਵੀ ਨੀਡ ਟੂ ਫਾਈਂਡ ਆਊਟ ਕਿ ਜੋ ਬੰਦਾ ਇਨਫੋਰਮ ਕਰੇ ਜਾਂ ਜੋ ਬੰਦਾ ਉਹਨੂੰ ਹਸਪੀਟਲ ਤੱਕ ਜਾਂ ਐਂਬੂਲੈਂਸ ਤੱਕ ਲੈ ਕੇ ਜਾਏ, ਉਹਨੂੰ ਅਸੀਂ ਪੇਸ਼ੈਂਟਲੀ ਉਹਦੀ ਗੱਲ ਸੁਣੀਏ ਤੇ ਉਹਨੂੰ ਤੰਗ ਨਾ ਕਰੀਏ। ਇਹਦੇ ਵਿੱਚ ਸਾਨੂੰ ਇੱਕ ਆਈ ਥਿੰਕ ਸਮ ਲਾਅ ਇਜ਼ ਕਮਿੰਗ ਔਨ ਦੈਟ ਕਿ ਇਹ ਬੜਾ ਜ਼ਰੂਰੀ ਹੈ। ਇੱਕ ਤੇ ਪੁਆਇੰਟ ਮਾਈਂਡਸੈਟ ਚੇਂਜ ਕਰਨ ਦੀ। ਦੂਸਰਾ ਮੇਜਰ ਟਾਈਮ ਉੱਥੇ ਜਾਇਆ ਹੁੰਦਾ ਜਿਸ ਲਈ ਪੇਸ਼ੈਂਟ ਸਪੋਜ਼ਿੰਗ ਟਰਸ਼ਰੀ ਕੇਅਰ ਹਸਪੀਟਲ 'ਚ ਪਹੁੰਚ ਵੀ ਗਿਆ ਜਾਂ ਹਸਪੀਟਲ ਪਹੁੰਚ ਵੀ ਗਿਆ, ਉਹਦਾ ਇੱਕ ਫਾਰਮ ਭਰੋ, ਦੂਸਰਾ ਫਾਰਮ ਭਰੋ, ਤੀਜੀ ਕੰਸੈਂਟ ਲਾਓ, ਇਹ ਕਰੋ, ਉਹ ਬੜਾ ਇੰਪੋਰਟੈਂਟ ਟਾਈਮ ਲੂਜ਼ ਹੋ ਜਾਂਦਾ ਕਿ CT ਸਕੈਨ ਹੋਣਾ, MRI ਹੋਣਾ, ਕੌਣ ਕਰਾਏਗਾ, ਕਿਸ ਤਰ੍ਹਾਂ ਕਰੇਗਾ। ਸੋ ਸਾਨੂੰ ਐਮਰਜੈਂਸੀ ਜਿਹੜੀਆਂ ਸਾਡੀਆਂ ਹੈਗੀਆਂ ਹਰ ਇੱਕ ਹਸਪੀਟਲ ਦੀ, ਇਹ ਤਾਂ ਇੱਥੇ ਹਸਪੀਟਲ ਦਾ ਰੋਲ ਹੈ ਕਿ ਉਹ ਜਿੰਨਾ ਘੱਟ ਟਾਈਮ ਪੇਪਰ ਵਰਕ ਵਿੱਚ ਉੱਥੇ ਲੂਜ਼ ਕਰ, ਉਹ ਬਹੁਤ ਜ਼ਰੂਰੀ ਹੈ ਕਿ ਅਗਰ ਐਂਬੂਲੈਂਸ ਨੇ ਕੰਮ ਕਰਕੇ ਬੜਾ ਪੇਸ਼ੈਂਟ ਨੂੰ ਪਹੁੰਚਾ ਵੀ ਦਿੱਤਾ, ਉਹ ਘੰਟਾ ਵੇਟ ਕਰਦਾ ਰਿਹਾ ਆਪਣੇ ਫਾਰਮ ਭਰਨ ਦਾ, ਤੇ ਵੀ ਵਿਲ ਲੂਜ਼ ਇੰਪੋਰਟੈਂਟ ਟਾਈਮ। ਸੋ ਉੱਥੇ ਹਸਪੀਟਲ 'ਚ ਪੇਪਰ ਵਰਕ ਸ਼ੁੱਡ ਬੀ ਮਿਨੀਮਮ। तीसरा सुप्रीम कोर्ट ने किया हुआ है एंड वी फॉलो इट कि फर्स्ट 24 आवर्स एमरजेंसी मस्ट बी प्रोवाइडेड बाय एवरी हॉस्पिटल, हर एक हॉस्पिटल ਨੂੰ ਪ੍ਰੋਵਾਈਡ ਕਰਨੀ ਚਾਹੀਦੀ। ਇਹਨੂੰ ਸਾਨੂੰ ਇਨਫੋਰਸ ਕਰਨ ਦੀ ਜ਼ਰੂਰਤ ਹੈ, ਜਿੱਥੇ ਗਵਰਨਮੈਂਟ ਨੂੰ ਤੇ NGO ਦਾ ਰੋਲ ਬੜਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਇਹ ਦੇਖੀਏ ਕਿ ਉਸ ਵੇਲੇ ਇਹ ਨਾ ਦੇਖੀਏ ਕਿ ਪੇਸ਼ੈਂਟ ਕੀ ਪੇ ਕਰ ਸਕਦਾ ਕਿ ਨਹੀਂ ਕਰ ਸਕਦਾ, ਕੀ ਕਰ ਸਕਦਾ, ਕਿੱਥੋਂ ਰਿਸੋਰਸਿਸ ਆ ਰਹੇ। ਗਵਰਨਮੈਂਟ ਤੇ NGO ਤੇ ਹਸਪੀਟਲ ਨੂੰ ਮਿਲ ਕੇ ਉਹ ਜਿਹੜੇ ਇਨੀਸ਼ੀਅਲ ਆਵਰਸ ਹਨ ਉੱਥੇ ਸਰਵਿਸ ਪ੍ਰੋਵਾਈਡ ਕਰਨੀ ਚਾਹੀਦੀ, ਬਾਕੀ ਅਸੀਂ ਪੈਰਾਫਰਨਲ 'ਚ ਇਨਵੋਲਵ ਨਾ ਹੋਈਏ। ਅਗਰ ਅਸੀਂ ਇਹ ਚੀਜ਼ਾਂ ਕਰ ਇਹ ਦੋ ਤਿੰਨ ਚੀਜ਼ਾਂ ਤੁਸੀਂ ਕਹੀਆਂ, ਇਹਦੇ ਲਈ ਤਾਂ ਓਨਰਸ ਲਾਈਜ਼ ਵਿਦ ਪ੍ਰਾਈਵੇਟ ਹਸਪੀਟਲਸ ਜਾਂ ਔਰ ਇਜ਼ ਇਟ ਵਿਦ every hospital ਫਰਸਟ ਇਜ਼ ਮਾਈਂਡਸੈਟ। ਕਿਉਂਕਿ ਅਗਰ ਅਸੀਂ ਕਨਸਟੀਟਿਊਸ਼ਨ ਲਾਅ ਐਸਾ ਇਨਫੋਰਸ ਕਰ ਦਈਏ ਕਿ ਜਿਸ ਪੇਸ਼ੈਂਟ ਨੇ ਇਨਫੋਰਮ ਕੀਤਾ ਐਕਸੀਡੈਂਟ ਦੇ ਬਾਰੇ 'ਚ, ਉਹਨੂੰ ਅਸੀਂ ਕੋਰਟ ਕਚਹਿਰੀ 'ਚ ਜਾਂ ਪੁਲਿਸ ਥਾਣੇ ਜ਼ਿਆਦਾ ਤੰਗ ਨਹੀਂ ਕਰਾਂਗੇ, ਵਿਲ ਇਨਕਰੇਜ ਇਟ। ਉਹਨਾਂ ਨੂੰ ਅਸੀਂ ਜਿਹੜੇ ਵਾਲੰਟੀਅਰਸ ਹਨ ਉਹਨਾਂ ਨੂੰ ਇਨਕਰੇਜ ਕਰਾਂਗੇ। ਇਨਵੋਲਵਡ ਇਨ ਦ ਐਕਸੀਡੈਂਟ, that law is already in place. Supreme Court ਦੀ ruling ਹੈਗੀ ਹੈ ਕਿ if a patient, if a person, a citizen transfers an accident victim to the hospitals, no question will be asked, and even doctors will not be questioned कि why you have given treatment without recording the statement. law in place but observe more in defiance, ਅੱਜ ਅਗਰ ਤੁਸੀਂ ਦੇਖੋਗੇ ਨਹੀਂ ਕੋਈ ਨਹੀਂ, ਅੱਜ ਦੇ ਦਿਨ ਚ ਕਿਧਰੇ ਐਕਸੀਡੈਂਟ ਹੋਏਗਾ, ਕਈ ਵਾਰ ਇਸੇ ਦੇਖਿਆ ਮੈਂ, ਡਾਕਟਰ ਬਾਲੀ ਅਸੀਂ ਕੋਈ ਪੇਸ਼ੈਂਟ ਲੱਗਿਆ ਲੇਟਿਆ ਹੋਏਗਾ, ਵਿਚਾਰਾ ਸਿੱਖ ਹੋਏਗਾ, ਲੋਕ ਆਣਗੇ ਚਲੇ ਜਾਣਗੇ। ਡਾਕਟਰ ਬਾਲੀ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨੇ ਵੱਡੇ ਵੱਡੇ ਬੋਰਡ ਲਗਾ ਕੇ ਲੋਕਾਂ ਨੂੰ ਆ ਰਿਕੁਐਸਟ ਕੀਤੀ ਹੈ ਕਿ ਤੁਹਾਨੂੰ ਆਨਰ ਕੀਤਾ ਜਾਏਗਾ ਜੇ ਤੁਸੀਂ ਐਕਸੀਡੈਂਟ ਵਿਕਟਮ ਨੂੰ ਸ਼ਿਫਟ ਕਰੋਗੇ ਜਾਂ ਉਹਦੀ ਮਦਦ ਕਰੋਗੇ। ਅੱਛਾ ਇਨੀਸ਼ੀਏਟਿਵ ਅਗਰ ਐਸਾ ਹੋ ਰਿਹਾ ਹੈ, ਸੋ ਇਸ ਪੁਲਿਸ ਨੂੰ ਆਨਰ ਵੀ ਕੀਤਾ ਹੈਗਾ, ਬੋਰਡ ਤਾਂ ਤੁਸੀਂ ਦੱਸਦੇ ਨੇ, ਬਿਕੋਜ਼ ਪ੍ਰੈਕਟੀਕਲੀ ਮੈਂ ਦੱਸ ਰਿਹਾ ਜੋ ਗੱਲ ਕਹਿ ਰਹੇ ਨੇ ਉਹਦਾ ਇੱਕ ਡੀਪਰ ਸਾਈਕੋਲੋਜੀਕਲ ਰੀਜ਼ਨ ਹੈ। ਉਹ ਸਾਰੀ ਐਫਰਟ ਸਰਕਾਰ ਦੀ ਐਂਬੂਲੈਂਸਿਸ ਸਾਰੀ ਧਰੀਆਂ ਰਹਿ ਜਾਂਦੀਆਂ ਜੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਮਿਲੀ,
ਐਂਡ ਇਟ ਇਜ਼ ਅ ਪਰਸਨਲ ਐਕਸਪੀਰੀਅੰਸ ਆਲਸੋ ਵੀ ਅਸੀਂ ਬਹੁਤ ਸਮੇਂ ਅਸੀਂ ਦੇਖਦੇ ਹਾਂ ਵੀ ਰੋਡ ਦੇ ਉੱਤੇ ਵਿਕਟਮਸ ਹੁੰਦੇ ਨੇ ਬਟ ਉਹਨਾਂ ਦੀ ਹੈਲਪ ਕਰਨਾ ਆਪਣੇ ਆਪ ਨੂੰ ਮੁਸੀਬਤ ਦੇ ਪਾਨ ਮੈਂ ਕਿਉਂ ਕਹਿੰਦਾ ਕਿ ਉਹ ਲੈਕ ਆਫ ਸੈਂਸਿਟਾਈਜੇਸ਼ਨ ਹੈ, ਉਹ ਅਸੀਂ ਸੈਂਸਿਟਿਵ ਨਹੀਂ ਰਹਿ ਗਏ, ਅਸੀਂ ਇੱਕ ਹਿਊਮਨ ਲਾਈਫ ਤੋਂ ਸੈਂਸਿਟਾਈਜ਼ ਨਹੀਂ ਹੁੰਦੇ ਆਪਣੇ ਆਪ ਨੂੰ ਵੀ ਯਾਰ ਬੰਦਾ ਮਰਦਾ ਪਿਆ ਤੂੰ ਮਰਨ ਦਈਏ। ਐਸ ਪਰ ਦੀ ਸੁਪਰੀਮ ਕੋਰਟ ਲਾਅ ਈਵਨ ਸਾਰੇ ਪੁਲਿਸ ਜ਼ਿਲ੍ਹੇ 'ਚ ਪੰਜਾਬ 'ਚ ਖਾਸ ਤੌਰ ਤੇ ਇਹਨਾਂ ਨੇ ਐਡਵਰਟਾਈਜ਼ ਕੀਤਾ ਹੈਗਾ ਕਿ ਤੁਸੀਂ ਜੇ ਐਕਸੀਡੈਂਟ ਵਿਕਟਮ ਨੂੰ ਹਸਪੀਟਲ ਪਹੁੰਚਾਓਗੇ ਜਾਂ ਉਹਦੀ ਮਦਦ ਕਰੋਗੇ ਤੇ ਤੁਹਾਨੂੰ ਕੋਈ ਕੁਐਸਚਨ ਨਹੀਂ ਪੁੱਛਿਆ ਜਾਏਗਾ, ਕੋਈ ਤੁਹਾਡੇ ਤੇ ਕੇਸ ਰਜਿਸਟਰ ਨਹੀਂ ਕੀਤਾ ਜਾਏਗਾ, ਤੁਸੀਂ ਆਓ ਯੂ ਹੈਲਪ ਐਕਸੀਡੈਂਟ ਵਿਕਟਮਸ ਐਂਡ ਸੇਵ ਲਾਈਫ ਦੈਟ ਇਜ਼ ਮੋਸਟ ਇੰਪੋਰਟੈਂਟ। ਮੈਂ ਉਮੀਦ ਕਰਾਂਗਾ ਕਿ ਇਹਨੂੰ ਅਸੀਂ ਇੰਪਲੀਮੈਂਟ ਕਰੀਏ ਇਨ ਪ੍ਰਿੰਸੀਪਲ ਐਂਡ ਇਨ ਵਰਡ। ਦੇਖੋ ਇੱਕ ਬੰਦੇ ਦੀ ਮੇਬੀ ਜੇ ਲੋਕਾਂ ਦੇ ਦਿਮਾਗ ਦੇ ਵਿੱਚ ਕੋਈ ਫਿਕਸ ਹੈਗਾ ਉਹਨੂੰ ਕੱਢਣਾ ਜ਼ਰੂਰੀ ਹੈ ਡਾਕਟਰ ਬਾਲੀ ਇੱਕ ਜਨਰਲ ਇੰਪ੍ਰੈਸ਼ਨ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗਾ ਤੇ ਪਬਲਿਕ ਜਿਹੜੀ ਸੁਣਦੇ ਪਏ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇੱਕ ਕਾਨੂੰਨ ਦੇ ਸ਼ਿਕੰਜੇ 'ਚ ਆਉਣ ਦੀ ਬਜਾਏ ਇੱਕ ਜ਼ਿੰਦਗੀ ਜ਼ਿਆਦਾ ਇੰਪੋਰਟੈਂਟ ਹੈ। ਜੇ ਇਸ ਕਾਨੂੰਨ ਦੇ ਸਾਨੂੰ 10-15 ਸਾਨੂੰ ਚੱਕਰ ਵੀ ਲਾਣੇ ਪੈ ਜਾਂਦੇ ਨੇ ਤੇ ਇੱਕ ਬੰਦੇ ਦੀ ਜਾਨ ਤੇ ਅਸੀਂ ਬਚਾਈ ਹੈ ਨਾ, ਸਾਨੂੰ ਇੱਕ ਮੈਂਟਲ ਸੈਟੀਸਫੈਕਸ਼ਨ ਕਿੰਨੀ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਇੱਕ ਬੰਦੇ ਦੀ ਜਾਨ ਬਚਾ। ਇਹ ਹੁਣ ਇੱਕ ਡਿਬੇਟੇਬਲ ਪੁਆਇੰਟ ਹੈਗਾ ਵਿਚ ਆਈ ਵਿਲ ਨਾਟ ਲਾਈਕ ਟੂ ਐਗਰੀ ਬਿਕੋਜ਼ ਗੱਲ ਤਾਂ ਫੈਸਿਲਿਟੇਸ਼ਨ ਦੀ ਹੈ। ਜੇ ਉਹ ਡਰ ਰਹੇਗਾ ਉਸ ਤੋਂ ਬਾਅਦ ਸਾਰੇ ਤੁਹਾਡੇ ਜਿੰਨੇ ਦਰਿਆ ਦਿਲ ਨਹੀਂ ਹੋ ਸਕਦੇ। ਸੈਂਸਿਟਾਈਜ਼ ਹੋਣ ਦੀ ਜ਼ਰੂਰਤ ਹੈ ਜਿੰਨਾ ਤੱਕ ਅਸੀਂ ਹਿਊਮਨ ਸੈਂਸਿਟਾਈਜੇਸ਼ਨ ਐਂਡ ਐਟ ਦ ਸੇਮ ਪੁਆਇੰਟ ਇਨ ਟਾਈਮ ਉਹਦੀ ਫੈਸਿਲਿਟੇਸ਼ਨ ਵੀ ਜ਼ਰੂਰੀ ਹੈ ਬਿਕੋਜ਼ ਇਹ ਇੱਕ ਗਵਰਨਮੈਂਟਲ ਇੰਸਟੀਟਿਊਸ਼ਨਲ ਰੋਲ ਹੈ। ਸਾਰੇ ਲੋਕਾਂ ਨੂੰ ਅਸੀਂ ਐਜੂਕੇਟ ਕਰੀਏ ਤੇ ਇਹ ਅਸੀਂ ਦੱਸੀਏ ਕਿ ਵਾਕਈ ਅਸੀਂ ਆਨਰ ਕੀਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਮਦਦ ਕੀਤੀ ਸਾਡੀ। ਕੀਤਾ ਜੀ ਦੇਖੋ ਮੈਂ ਬਲੀ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਬਰਾੜ ਸਾਹਿਬ ਯੂ ਲਾਈਕ ਟੂ ਸ਼ੇਅਰ ਸਮ ਲੁਧਿਆਣੇ ਕੀਤਾ ਹੈਗਾ, ਅਸੀਂ ਪਟਿਆਲੇ ਕੀਤਾ ਹੈਗਾ, ਲੁਧਿਆਣੇ ਪੁਲਿਸ ਨੇ ਕੀਤਾ ਹੈਗਾ, ਪਟਿਆਲੇ ਪੁਲਿਸ ਨੇ ਕੀਤਾ, ਲੁਧਿਆਣਾ ਪੁਲਿਸ, ਪਟਿਆਲਾ ਪੁਲਿਸ ਔਰ ਕਈ ਜ਼ਿਲ੍ਹਿਆਂ ਦੀ ਪੁਲਿਸ ਇਹਨੂੰ ਐਡਵਰਟਾਈਜ਼ ਕਰ ਰਹੀ ਹੈ ਕਿ ਤੁਸੀਂ ਐਕਸੀਡੈਂਟ ਵਿਕਟਮਸ ਦੀ ਹੈਲਪ ਕਰੋ, ਤੁਹਾਨੂੰ ਅਸੀਂ ਆਨਰ ਕਰਾਂਗੇ। ਦੈਟ ਇਜ਼ ਰੀਲੀ ਗੁੱਡ। ਅੱਛਾ ਜੀ, ਮੈਂ ਇਸ ਦੇ ਵਿੱਚ ਇੱਕ ਹੋਰ ਪੁਆਇੰਟ ਲਿਆਉਣਾ ਚਾਹੁੰਦਾ ਹਾਂ। ਨਾਰਥ ਅਮਰੀਕਾ ਦੇ ਵਿੱਚ ਜਦੋਂ ਐਂਬੂਲੈਂਸ ਦੇ ਪੇਸ਼ੈਂਟ ਆ ਗਿਆ ਤਾਂ ਉਹਦੀਆਂ ਲਾਈਟਾਂ ਫਲੈਸ਼ ਹੋਣ ਲੱਗ ਗਈਆਂ। ਉਹਦੀ ਨੰਬਰ 1 ਪ੍ਰਾਇੋਰਟੀ ਹੈ, ਭਾਵੇਂ ਪ੍ਰੈਜ਼ੀਡੈਂਟ ਜਾਂਦਾ, ਭਾਵੇਂ ਐਮਐਲਏ ਜਾਂਦਾ, ਭਾਵੇਂ ਮਿਨਿਸਟਰ ਜਾਂਦਾ। ਮਿਨਿਸਟਰਾਂ ਤੇ ਐਮਐਲਏ ਕੋਲੇ ਕੋਈ ਰੈੱਡ ਬੱਤੀ ਹੀ ਨਹੀਂ ਉੱਥੇ ਕਿਸੇ ਕੋਲੇ, ਭਾਵੇਂ ਡੀਜੀਪੀ ਜਾਂਦਾ, ਐਂਬੂਲੈਂਸ ਸਭ ਤੋਂ ਪਹਿਲਾਂ ਜਾਊਗੀ। ਇੱਥੇ ਕੀ ਹੋ ਰਿਹਾ ਹੈ ਜੋ ਮੈਂ ਅਬਜ਼ਰਵ ਕਰ ਰਿਹਾ ਹਾਂ, ਐਂਬੂਲੈਂਸ ਪਾਸੇ ਖੜੀ ਹੁੰਦੀ ਹੈ ਤੇ ਲਾਲ ਬੱਤੀਆਂ ਵਾਲੀ ਗੱਡੀਆਂ ਜਿਹੜੀਆਂ ਹੈਗੀਆਂ ਉਹਦੇ ਅੱਗੋਂ ਦੀ ਨਿਕਲ ਜਾਂਦੀਆਂ। ਸੋ ਅਸੀਂ ਲਾਈਫ ਇਹ ਸਾਡੇ ਪੋਲੀਟੀਕਲ ਕਲਚਰ ਦਾ ਨੁਕਸ ਹੈਗਾ। ਨਹੀਂ ਕਨਸੈਪਟ ਚੇਂਜ ਕਰਨਾ ਪੈਣਾ। ਮੈਂ ਰੀਸੈਂਟਲੀ ਅਮਰੀਕਾ ਚ ਗਿਆ, ਇਹਦੇ ਲਈ ਮੋਰ stringent legislations are required. ਲੈਜਿਸਲੇਸ਼ਨ ਚਾਹੀਦੀ ਹੈ, maybe some guidelines are there. ਐਂਬੂਲੈਂਸ would overrule everybody. ਕੋਈ ਵੀ ਏਪੀ ਕੋਈ ਵੀ ਏਬੀਪੀ। I'll tell you my experience. ਰੀਸੈਂਟਲੀ ਮੈਂ ਕਿਸੇ ਮਤਲਬ ਮੀਟਿੰਗ ਵਾਸਤੇ ਗਿਆ ਸੀ ਅਮਰੀਕਾ। ਉੱਥੇ ਤੇ ਇਹ ਸਿਸਟਮ ਹੈਗਾ ਕਿ ਜੇ ਐਂਬੂਲੈਂਸ ਕ੍ਰਾਸਿੰਗ ਤੇ ਆ ਗਈ ਹੈ, ਉਹਨਾਂ ਨੇ ਸਿਸਟਮ ਇੰਸਟਾਲ ਕੀਤਾ ਹੋਇਆ, ਆਟੋਮੈਟਿਕਲੀ ਉਹਦੇ ਰਸਤੇ ਵਾਸਤੇ ਗ੍ਰੀਨ ਲਾਈਟ ਹੋਈ ਨੇ। ਐਗਜ਼ੈਕਟਲੀ ਇਟ ਇਜ਼ देयर ਕਿ ਜਦੋਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਕ੍ਰਾਸਿੰਗ ਤੇ ਆ ਜਾਂਦਾ ਹੈ, ਉਹਦਾ ਜਿਹੜਾ ਵੀ ਰੂਟ ਹੈਗਾ ਉਹਦੇ ਤੇ ਗ੍ਰੀਨ ਲਾਈਟ ਹੋ ਜਾਂਦੀ ਹੈ, ਬਾਕੀ ਸਾਰੀਆਂ ਲਾਈਟਾਂ ਰੈੱਡ ਹੋ ਜਾਂਦੀਆਂ। ਇਹ ਸਿਸਟਮ ਉਹਨਾਂ ਨੇ ਇੰਸਟਾਲ ਕਰਤਾ। ਯੈਸ ਇਟ ਇਜ਼ देयर। So more standardization is required. लेकिन at the end ਜੇ ਇਸ ਪੂਰੀ ਡਿਸਕਸ਼ਨ ਨੂੰ ਵਾਈਂਡ ਅਪ ਕਰੀਏ, ਹਲੇ ਇੱਕ ਬਹੁਤ ਇਨਸੀਪੀਐਂਟ ਸਟੇਜ ਜਿਵੇਂ ਅਸੀਂ ਪਹਿਲਾਂ ਦੱਸ ਸਕੇ ਸ਼ੁਰੂਆਤੀ ਫੇਸ ਦੇ ਵਿੱਚ ਹੈਗਾ। ਐਮਰਜੈਂਸੀ ਮੈਡੀਕਲ ਸਰਵਿਸਿਜ਼, ਐਮਰਜੈਂਸੀ ਮੈਡੀਕਲ ਰਿਸਪੌਂਸ, ਟਰਾਮਾ ਕੇਅਰ ਵੱਖ-ਵੱਖ ਨਾ ਹੈਗੇ ਨੇ, ਲੇਕਿਨ ਮਤਲਬ ਇੱਕ ਹੀ ਹੈਗਾ ਵੀ ਕਿੰਨੀ ਛੇਤੀ ਤੋਂ ਛੇਤੀ ਉਹ ਮੈਡੀਕਲ ਇਮਦਾਦ ਜਿਹੜੀ ਹੈਗੀ ਹੈ ਉਹ ਵਿਕਟਮਸ ਨੂੰ ਪਹੁੰਚਾਣੀ ਹੈਗੀ ਹੈ ਰੋਡ ਸੇਫਟੀ ਦੇ ਪੈਮਾਨੇ ਤੋਂ, ਜੋ ਕਿ ਇਸ ਵਕਤ तमाम एफर्ट्स के बाद समझ सकते हैं भी आने वाले कुछ सालों के विच हालात बेहतर होंगे, लेकिन एट द सेम पॉइंट ऑफ टाइम बहुत सी चीज़ों को सिंक दे विच लियाना पेगा। आपसी एजेंसियां का कोऑर्डिनेशन, उस दे नाल ही किस तरीके नाल इस ट्रेनिंग नू जो कि असी पैरामैडिकल स्टाफ नू देनी हैगी है उसनू अपने करिकुलम का हिस्सा बनाना हैगा, मैडिकल एजुकेशन का एक इनहेरेंट हिस्सा बनाना हैगा। वो चीज़ां जिहड़ियां हैगियां वो अजे भी कंसैप्चुअलाइज नहीं कीतियां जा सकियां। के बाद समझ सकते हैं भी आने वाले कुछ सालों के विच हालात बेहतर होंगे, लेकिन एट द सेम पॉइंट ऑफ टाइम बहुत सी चीज़ों को सिंक दे विच लियाना पेगा। आपसी एजेंसियां का कोऑर्डिनेशन, उस दे नाल ही किस तरीके नाल इस ट्रेनिंग नू जो कि असी पैरामैडिकल स्टाफ नू देनी हैगी है उसनू अपने करिकुलम का हिस्सा बनाना हैगा, मैडिकल एजुकेशन का एक इनहेरेंट हिस्सा बनाना हैगा। वो चीज़ां जिहड़ियां हैगियां वो अजे भी कंसैप्चुअलाइज नहीं कीतियां जा सकियां।